ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 62ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੇ ਆਗੇ। ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਮੁਖ ਮਸਤਕ ਭਾਗ ਸੁਭਾਗੇ। ਰਾਮ ਗੁਰਮਤਿ ਹਰ ਲਿਵ ਲਾਗੇ ਰਹਾਓ, ਘਟ ਘਟ ਰਮਈਆ ਰਮਤ ਰਾਮ ਰਾਏ। ਗੁਰ ਸ਼ਬਦ ਗੁਰ ਲਿਵ ਲਾਗੇ, ਹਉ ਮਨ ਤਨ ਦੇਵਿਓ ਕਾਟ ਗੁਰੂ ਕੋ। ਮੇਰਾ ਭਰਮ ਭਉ ਗੁਰ ਬਚਨੀ ਭਾਗੇ, ਅੰਧਿਆਰੇ ਦੀਪਕ ਆਨ ਜਲਾਏ। ਗੁਰ ਗਿਆਨ ਗੁਰ ਲਿਵ ਲਾਗੇ, ਅਗਿਆਨ ਅੰਧੇਰਾ ਬਿੰਸ ਬਨਾਸਿਓ। ਘਰ ਵਸਤ ਨਹੀਂ ਮਨ ਜਾਗੇ, ਸਾਕਤ ਬਦਿਕ ਮਾਇਆ ਧਾਰੀ। ਤਿਨ ਜਮ ਜੋਨ ਲਾਗੇ, ਉਨ ਸਤਿਗੁਰ ਆਗੇ ਸੀਸ ਨ ਵੇਚਿਆ। ਓਏ ਆਵੇ ਜਾਏ ਅਭਾਗੇ, ਹਮਰਾ ਬਿਨੋ ਸੁਨੋ ਪ੍ਰਭ ਠਾਕਰ। ਹਮ ਸਰਨ ਪ੍ਰਭ ਹਰ ਮਾਂਗੇ, ਜਨ ਨਾਨਕ ਕੀ ਲਜ ਪਾਤ ਗੁਰੂ ਹੈ। ਸਿਰ ਵੇਚਿਓ ਸਤਿਗੁਰ ਆਗੇ, ਜਨ ਨਾਨਕ ਕੀ ਲਜ ਪਾਤ ਗੁਰੂ ਹੈ। ਸਿਰ ਵੇਚਿਓ ਸਤਿਗੁਰ ਆਗੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਉਸ ਗੁਰ ਪਰਮੇਸ਼ਰ ਨੂੰ ਮਿਲਣ ਲਈ ਸਾਨੂੰ ਆਪਣੇ ਸਾਰੇ ਵਿਕਾਰ, ਆਪਣਾ ਆਪ ਛੱਡ ਕੇ ਉਸ ਦੇ ਅੰਸ਼ ਆਤਮਾ ਨਾਲ ਜੁੜਨਾ ਹੈ ਜੀ। ਔਰ ਉਹ ਅਸਾਂ ਪਰਮੇਸ਼ਰ ਹਰੀ ਦੀ ਪ੍ਰਾਪਤੀ ਲਈ ਗੁਰਸ਼ਬਦ ਗੁਰਬਾਣੀ ਅੱਗੇ ਆਪਣਾ ਸਰੀਰ ਵੇਚ ਦਿੱਤਾ ਹੈ ਜੀ। ਭਾਵ ਆਪਾ ਆਪ ਸਮਰਪਿਤ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਦੇ ਬਦਲੇ ਸਤਿਗੁਰ ਦਾਤੇ ਨੇ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਦ੍ਰਿੜ ਕਰਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਸਾਡੇ ਮੱਥੇ ਦੇ ਲਿਖੇ ਹੋਏ ਭਾਗ ਹੁਣ ਬਦਲ ਗਏ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਦੀ ਓਟ ਆਸਰੇ ਨਾਲ ਸਾਨੂੰ ਉਸ ਮੂਲ, ਉਸ ਹਰ ਦੀ ਸਮਝ ਲੱਗ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਰਾਮ, ਗੁਰਸ਼ਬਦ ਗੁਰਬਾਣੀ ਦੀ ਸਿੱਖਿਆ ਦੁਆਰਾ ਅਸੀਂ ਪਰਮੇਸ਼ਰ ਹਰੀ ਦੀ ਲਿਵ ਵਿੱਚ ਲੱਗ ਗਏ ਹਾਂ ਜੀ, ਜੁੜ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵਿਆਪਕ ਪਰਮੇਸ਼ਰ ਰਾਮ ਰਾਜਾ ਹਰ ਇੱਕ ਦੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਗੁਰਬਾਣੀ ਦੁਆਰਾ ਗੁਰੂ ਰੂਪ ਪਰਮੇਸ਼ਰ ਨਾਲ, ਭਾਵ ਆਪਣੇ ਮੂਲ ਨਾਲ ਲਿਵ ਲੱਗਦੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਮੈਂ ਆਪਣਾ ਮਨ ਤਨ ਦੋਵੇਂ ਹੀ ਟੋਟੇ ਕਰਕੇ ਭੇਟਾ ਵਜੋਂ ਉਸ ਗੁਰੂ ਨੂੰ ਦੇ ਦਿੱਤਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਦੇ ਨਾਮ ਨਾਲ ਲਿਵ ਲਾ ਕੇ ਮੈਂ ਆਪਣਾ ਆਪ ਉਸ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੇਰਾ ਭਰਮ ਤੇ ਡਰ ਗੁਰਸ਼ਬਦ ਗੁਰਬਾਣੀ ਬਚਨਾਂ ਦੁਆਰਾ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਹਨੇਰੇ ਅਗਿਆਨ ਵਾਲੇ ਹਿਰਦੇ ਵਿੱਚ ਗੁਰਮਤਿ ਦੇ ਵਸਣ ਕਰਕੇ ਗਿਆਨ ਰੂਪੀ ਦੀਵਾ ਜਗ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਦੇ ਗਿਆਨ ਰਾਹੀਂ ਉਸ ਵਿੱਚ ਲਿਵ ਲੱਗ ਗਈ ਹੈ ਜੀ ਅਤੇ ਅਗਿਆਨ ਦਾ ਅੰਧੇਰਾ ਬਿਲਕੁਲ ਹੁਣ ਨਾਸ਼ ਹੋ ਗਿਆ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਰਾਹੀਂ ਮੈਂ ਆਪਣੇ ਵਿਕਾਰਾਂ ਨੂੰ ਕੰਟਰੋਲ ਵਿੱਚ
ਪਕੜ ਵਿੱਚ, ਕਾਬੂ ਵਿੱਚ ਲਗਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਰਾਹੀਂ ਮੇਰਾ ਮਨ ਜਾਗ ਪਿਆ ਹੈ ਜੀ, ਅਤੇ ਮੇਰੇ ਹਿਰਦੇ ਵਿੱਚ ਹੀ ਗੁਰਸ਼ਬਦ ਗੁਰਬਾਣੀ ਨਾਮ ਵਸਤੂ ਲੱਭ ਪਈ ਹੈ ਜੀ। ਭਾਵ ਮੇਰੇ ਮੂਲ ਨਾਲ ਮੈਨੂੰ ਗੁਰਸ਼ਬਦ ਗੁਰਬਾਣੀ ਰਾਹੀਂ ਉਸ ਦੀ ਪਹਿਚਾਨ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਵਿਕਾਰਾਂ ਦੇ ਉਪਾਸ਼ਕ, ਹਿੰਸਾ ਕਰਨ ਵਾਲੇ ਹਨ ਅਤੇ ਹੋਰ ਮਾਇਆਧਾਰੀ ਪੁਰਸ਼ ਹਨ, ਉਹਨਾਂ ਨੂੰ ਜਮ ਲੱਭਦੇ ਫਿਰਦੇ ਹਨ ਜੀ। ਭਾਵ ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਹਨ ਜੀ, ਉਹ ਇਸ ਪਰਮਾਤਮਾ ਦੀ ਹੋਂਦ ਨੂੰ ਨਹੀਂ ਸਮਝਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹਨਾਂ ਸਾਰਿਆਂ ਨੇ ਸਤਿਗੁਰ ਅੱਗੇ ਸੀਸ ਨਹੀਂ ਵੇਚਿਆ ਜੀ। ਭਾਵ ਆਪਣੇ ਵਿਕਾਰਾਂ ਨੂੰ ਨਹੀਂ ਛੱਡਿਆ ਜੀ। ਇਸ ਲਈ ਉਹ ਭਾਗਹੀਣ ਮਨੁੱਖ ਜੰਮਦੇ ਮਰਦੇ ਰਹਿੰਦੇ ਹਨ ਜੀ। ਭਾਵ ਆਪਣੇ ਵਿਕਾਰਾਂ ਕਰਕੇ ਆਵਾਗਮਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਪਰਮੇਸ਼ਰ ਰਾਮ ਠਾਕੁਰ, ਸਾਡੀ ਇਹ ਅਰਦਾਸ ਬੇਨਤੀ ਸੁਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਆਪ ਹਰੀ ਜੀ ਦੀ ਸ਼ਰਨ ਮੰਗਦੇ ਹਾਂ ਜੀ। ਭਾਵ ਗੁਰਮਤ ਦੀ ਜ਼ਿੰਦਗੀ ਮੰਗਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਆਪਣੇ ਦਾਸ ਦੀ ਲੱਜਾ, ਇੱਜ਼ਤ, ਮਾਨ, ਪ੍ਰਤਿਸ਼ਠਾ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਗੁਰੂ ਹੈ ਜੀ। ਇਸ ਲਈ ਆਪਣਾ ਆਪ ਸਿਰ ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰ ਅੱਗੇ ਮੈਂ ਵੇਚ ਦਿੱਤਾ ਹੈ ਜੀ। ਭਾਵ ਹੁਣ ਗੁਰੂ ਦਾ ਭਾਣਾ ਅਤੇ ਉਸ ਦੀ ਰਜਾ ਦੀ ਸੋਝੀ ਹੋ ਗਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ, ਜਦੋਂ ਸਤਿਗੁਰ ਅੱਗੇ ਸਰੀਰ ਵੇਚ ਦਿੱਤਾ ਜਾਂਦਾ ਹੈ, ਭਾਵ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਜਾਂਦਾ ਹੈ, ਤਾਂ ਉਸ ਦੇ ਬਦਲੇ ਸਤਿਗੁਰ ਨੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜ਼ਿੰਦਗੀ ਨੂੰ ਜੋੜ ਦਿੱਤਾ ਹੈ ਜੀ। ਮਾਨੋ ਇਹ ਮੱਥੇ ਦੇ ਭਾਗ ਜਾਗਣ ਦੀ ਨਿਸ਼ਾਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਆਮ ਤੌਰ 'ਤੇ ਲੋਕ ਰਸਮੀ ਤੌਰ 'ਤੇ ਮੱਥਾ ਟੇਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨੂੰ ਨਹੀਂ ਅਪਣਾਉਂਦੇ ਜਦੋਂ ਤੱਕ ਆਪਣੇ ਮਨ ਦੀ ਮੱਤ ਵਿਕਾਰਾਂ ਨੂੰ ਨਹੀਂ ਛੱਡਦੇ। ਗੁਰਸ਼ਬਦ ਗੁਰਬਾਣੀ ਦੀ ਮੱਤ ਉਹ ਹਿਰਦੇ ਵਿੱਚ ਨਹੀਂ ਧਾਰਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੀ ਸੁਰਤ ਸੁੱਤੀ ਰਹਿੰਦੀ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਰਾਹੀਂ ਗੁਰਮਤਿ ਦੀ ਜ਼ਿੰਦਗੀ ਅਪਣਾਇਆ, ਉਸ ਅੱਗੇ ਆਪਣਾ ਆਪ ਛੱਡ ਦਿਓ ਜੀ। ਉਸ ਦਾ ਭਾਣਾ ਸਮਝੋ ਜੀ ਅਤੇ ਆਪਣੇ ਮੂਲ ਨੂੰ ਪਛਾਣੋ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਹਉ ਮਨ ਤਨ ਦੇਵ ਕਾਟ ਗੁਰੂ ਕੋ, ਮੇਰਾ ਭਰਮ ਭਉ ਗੁਰਬਚਨੀ ਭਾਗੇ। ਜਿਹੜੇ ਪੁਰਸ਼ ਗੁਰਸ਼ਬਦ ਗੁਰਬਾਣੀ ਅੱਗੇ ਸੀਸ ਨਹੀਂ ਵੇਚਦੇ, ਭਾਵ ਉਸ ਨੂੰ ਨਹੀਂ ਅਪਣਾਉਂਦੇ, ਉਹ ਭਾਗੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਤਿਗੁਰ ਦੀ ਸ਼ਰਨ ਆਉਣ ਦਾ ਭਾਵ ਹੈ ਤਨੋ ਮਨੋ ਗੁਰਸ਼ਬਦ ਗੁਰਬਾਣੀ ਨਾਮ ਗੁਰੂ ਦੇ ਬਚਨਾਂ ਦੀ ਸਿਦਕ ਨਾਲ ਪਾਲਣਾ ਕੀਤੀ ਜਾਵੇ ਜੀ। ਭਾਵ ਨੇਮ ਨਾਲ
ਉਸ ਨੂੰ ਅਪਣਾਇਆ ਜਾਵੇ ਜੀ। ਸੱਚੇ ਦਿਲੋਂ ਗੁਰਮਤਿ ਦਾ ਜੀਵਨ ਅਪਣਾਇਆ ਜਾਵੇ ਜੀ। ਅਤੇ ਫਿਰ ਵਾਹਿਗੁਰੂ ਅੱਗੇ ਬੇਨਤੀ ਦੀ ਅਰਦਾਸ ਕਰਨੀ ਹੈਗੀ ਜੀ ਕਿ ਹੇ ਵਾਹਿਗੁਰੂ, ਸਾਨੂੰ ਆਪਣੇ ਚਰਨਾਂ ਨਾਲ ਲਗਾਏ ਰੱਖੋ ਜੀ ਤੇ ਆਪਣੀ ਕਿਰਪਾ ਕਰੋ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।